ਮੈਡੀਕਲ ਫੀਲਡ ਦੇ ਵਿੱਚ ਆ ਰਹੀ ਚੁਣੌਤੀਆਂ ਨੂੰ ਲੈ ਕੇ ਅੱਜ ਮੋਹਾਲੀ ਦੇ ਵਿੱਚ ਨਾਰਥਰਨ ਰੀਜਨ ਦੀ ਇੱਕ ਰਾਊਂਡ ਟੇਬਲ ਕਾਨਫਰੰਸ ਹੋਈ, ਜਿਸ ਦੇ ਵਿੱਚ ਚਰਚਾ ਹੋਈ ਕਿ ਮੈਡੀਕਲ ਫੀਲਡ ਦੇ ਵਿੱਚ ਜਿਹੜੀ ਚੁਣੌਤੀਆਂ ਆ ਰਹੀਆਂ ਨੇ ਉਸ ਨੂੰ ਰਲ ਕੇ ਕਿਸ ਢੰਗ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ। ਸਾਡੇ ਨਾਲ ਹੈਲਥ ਮਿਨਿਸਟਰ ਡਾਕਟਰ ਬਲਬੀਰ ਵੀ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਕਈ ਸੁਝਾਅ ਇੱਥੇ ਸਰਕਾਰ ਨੂੰ ਦਿੱਤੇ ਨੇ। ਜਿਹੜੇ ਵੀ ਇੱਥੇ ਡੈਲੀਗੇਟਸ ਆਏ ਸੀ ਉਹਨਾਂ ਦੀ ਤਰਫੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਡਾਕਟਰ ਬਲਬੀਰ ਜਿਹੜੇ ਨੇ ਇਸ ਰਾਊਂਡ ਟੇਬਲ ਕਾਨਫਰੰਸ ਨੂੰ ਲੈ ਕੇ ਕੀ ਕੁਝ ਕਹਿੰਦੇ ਹੋਏ ਨਜ਼ਰ ਆਉਂਦੇ ਨੇ, ਕਿਉਂਕਿ ਇੱਕ ਵੱਡਾ ਮਸਲਾ ਮੈਡੀਕਲ ਫੀਲਡ ਔਰ ਇਸ ਦੇ ਵਿੱਚ ਆ ਰਹੀ ਚੁਣੌਤੀਆਂ। ਔਰ ਜਦੋਂ ਦਾ ਕਰੋਨਾ ਹੈ ਉਸ ਤੋਂ ਬਾਅਦ ਮੈਡੀਕਲ ਫੀਲਡ ਦੇ ਵਿੱਚ ਕਾਫੀ ਕੁਝ ਅਪਗ੍ਰੇਡ ਕਰਨ ਦੀ ਲੋੜ ਹੈ ਔਰ ਉਸੇ ਨੂੰ ਲੈ ਕੇ ਅੱਜ ਚਰਚਾ ਹੋਈ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਡਾਕਟਰ ਬਲਬੀਰ ਦਾ ਇਸ ਕਾਨਫਰੰਸ ਨੂੰ ਲੈ ਕੇ ਕੀ ਕੁਝ ਕਹਿਣਾ ਹੈ। देखो ये बड़ा वधिया एक इंटरैक्टिव सैशन सीगा विद जो हैल्थ केयर प्रोवाइडर्स है द लीडिंग लाइट्स ऑफ हैल्थ केयर प्रोवाइडर्स लाइक फोर्टिस एंड अदर हॉस्पिटल जोड़े बहुत ज़्यादा एडवांस जी ट्रीटमेंट है वो सारी लोगों को प्रोवाइड करते हैं, लेटेस्ट जी ट्रीटमेंट है प्रोवाइड करते हैं। सो ये दूजे बंदे भी सीगे जी जोड़े इंडस्ट्री के संबंधित है, जोड़े टैक्नोलॉजी संबंधित है, जोड़े गैजेट्स बनाते हैं, जोड़े समान बनाते हैं, इक्विपमेंट बनाते हैं। सो बहुत एक्सचेंज ऑफ आइडियाज़ होया। ਉਹਦੇ 'ਚ ਬਹੁਤ ਸਾਰੀ ਜਿਹੜੀਆਂ ਚੀਜ਼ਾਂ ਨਿਕਲ ਕੇ ਆਈਆਂ ਸਾਹਮਣੇ। ਮੋਟੇ ਤੌਰ ਤੇ ਹੈਗਾ ਕਿ ਜਿਹੜਾ ਗਵਰਨਮੈਂਟ ਸੈਕਟਰ ਹੈ ਉਹ 90% ਜਾਂ 90-95% ਦੇ ਜਿਹੜੇ ਛੋਟੇ ਹਸਪੀਟਲ ਹੈ, ਜਿਹੜੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ, ਜਿਹੜੇ ਕਾਰਪੋਰੇਟ ਹਸਪੀਟਲ ਹੈ 5 ਤੋਂ 10% ਦੇ ਨਾਲ ਡੀਲ ਕਰਦੇ ਆ। ਬਟ ਉਹ ਕੋਲੈਬੋਰੇਸ਼ਨ ਕਰ ਸਕਦੇ ਆ ਕਿ ਸਾਡੀ ਜਿਹੜੀ ਮੈਨ ਪਾਵਰ ਦੀ ਟ੍ਰੇਨਿੰਗ ਹੈ, ਸਾਡੇ ਹਸਪੀਟਲ ਦਾ ਇੰਫਰਾਸਟ੍ਰਕਚਰ ਅਪਗ੍ਰੇਡ ਕਰਨਾ, ਜਿਹੜੇ ਸਾਡੇ ਅੰਡਰ ਸਰਵਡ ਏਰੀਆਜ਼ ਹੈਗੇ ਆ, ਚਾਹੇ ਉਹ ਮੁਕਤਸਰ ਵਰਗੇ ਜਾਂ ਫਿਰੋਜ਼ਪੁਰ, ਗੁਰਦਾਸਪੁਰ, ਜਿੱਥੇ ਸਾਡੇ ਕੋਲ ਸਰਵਿਸਿਜ਼ ਨਹੀਂ ਹੈ, ਉੱਥੇ ਉਹਨਾਂ ਦੇ ਨਾਲ ਅਸੀਂ ਕੋਲੈਬੋਰੇਸ਼ਨ ਕਰਕੇ ਅਸੀਂ ਜਿਹੜੀਆਂ ਆਪਣੀ ਸਰਵਿਸਿਜ਼ ਇੰਪਰੂਵ ਕਰ ਸਕਦੇ ਹਾਂ। ਸੋ ਇਹ ਮਿਊਚੁਅਲੀ ਬੈਨੀਫੀਸ਼ੀਅਲ ਹੋਏਗਾ ਸਮਾਜ ਵਾਸਤੇ। ਜਿਹੜਾ ਆਪਾਂ ਰੰਗਲਾ ਪੰਜਾਬ ਸਾਡੇ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ, ਉਹਦੇ ਵਾਸਤੇ ਇੱਕ ਅੱਛੀ ਸ਼ੁਰੂਆਤ ਹੋਏਗੀ ਕਿ ਜਿੱਥੇ ਸਾਡੇ ਕੋਲ ਆਪਣੀਆਂ ਗਵਰਨਮੈਂਟ ਦੀਆਂ ਸਰਵਿਸਿਜ਼ ਡੈਫੀਸ਼ੀਐਂਟ ਹੈਗੀਆਂ, ਉਹਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਉਹਦੇ ਨਾਲ ਕੋਲੈਬੋਰੇਸ਼ਨ ਕਰਕੇ ਅਸੀਂ ਉਹ ਸਰਵਿਸਿਜ਼ ਵੀ ਇੰਪਰੂਵ ਕਰ ਸਕਦੇ ਹਾਂ। ਔਰ ਜਿਹੜੀਆਂ ਸਾਡੀਆਂ ਸਰਵਿਸਿਜ਼ ਹੋਣਗੀਆਂ ਉਹ ਦੇ ਆਰ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ, ਤੇ ਅਸੀਂ ਪੇਸ਼ੈਂਟਸ ਵਾਸਤੇ ਫ੍ਰੀ ਰਹਿਣਗੀਆਂ ਉਹ। ਮਿਸਾਲ ਦੇ ਤੌਰ ਤੇ ਜਿਵੇਂ ਸਾਡੇ ਕੋਲ ਤਰਨਤਾਰਨ ਦੇ ਵਿੱਚ ਗਾਇਨਾਕੋਲੋਜਿਸਟ ਨਹੀਂ ਹੈ ਜਾਂ ਮੁਕਤਸਰ ਦੇ ਵਿੱਚ ਗਾਇਨਾਕੋਲੋਜਿਸਟ ਨਹੀਂ ਹੈ। ਸੋ ਦੇ ਵਿਲ ਗਿਵ ਅਸ ਮੈਨ ਪਾਵਰ। ਗਵਰਨਮੈਂਟ ਦਾ ਹਸਪੀਟਲ ਹੋਏਗਾ ਔਰ ਗਵਰਨਮੈਂਟ ਦੀ ਇਕਵਿਪਮੈਂਟ ਹੋਏਗੀ। ਡਾਕਟਰ ਸਾਡੇ ਕੋਲ ਪ੍ਰਾਈਵੇਟ ਵਾਲੇ ਕੰਟਰੀਬਿਊਟ ਕਰਨਗੇ, ਗਵਰਨਮੈਂਟ ਉਹਨਾਂ ਨੂੰ ਪੇ ਕਰੇਗੀ, ਲੋਕਾਂ ਨੂੰ ਪੇ ਨਹੀਂ ਕਰਨਾ ਪਏਗਾ। ਆਈ ਵਾਂਟ ਟੂ ਕਲੈਰੀਫਾਈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਲੈਬੋਰੇਸ਼ਨ ਹੈ, ਜਿਵੇਂ ਸਾਡੇ ਨਰਸਿੰਗ ਸਟੂਡੈਂਟਸ ਆ ਉਹ ਇੱਥੋਂ ਪੜ੍ਹ ਕੇ ਬਾਹਰ ਜਾਂਦੇ ਆ, ਜਾਂ ਸਾਡੇ ਡਾਕਟਰਸ ਵੀ ਪੜ੍ਹ ਕੇ ਬਾਹਰ ਜਾਂਦੇ ਆ, ਉਹਨਾਂ ਦਾ ਸਕਿੱਲ ਗੈਪ ਹੁੰਦਾ ਕਿ ਉਹਨਾਂ ਦਾ ਜਿਹੜਾ ਟੈਲੈਂਟ ਹੁੰਦਾ ਉਹ ਅਪ ਟੂ ਮਾਰਕ ਨਹੀਂ ਹੁੰਦਾ। ਸੋ ਉਹਦੇ ਵਾਸਤੇ ਅਸੀਂ ਜਿਸ ਤਰ੍ਹਾਂ ਆਪਣੇ ਹੋਮ ਕੇਅਰ ਦੀ ਗੱਲ ਕੀਤੀ ਆਪਾਂ, ਜਾਂ ਇੰਟੈਂਸਿਵ ਕੇਅਰ ਯੂਨਿਟ ਹੈ, ਇੰਟੂਬੇਸ਼ਨ ਹੈ, ਲੇਬਰ ਰੂਮ ਦੀ ਜਿਹੜੀ ਹੈਗੀ ਉਹਨਾਂ ਦੀ ਟ੍ਰੇਨਿੰਗ ਹੈ, ਉਹ ਜਿਹੜੀਆਂ ਸਾਰੀਆਂ ਟ੍ਰੇਨਿੰਗ ਹੈ ਸਾਡੀਆਂ ਬੱਚਿਆਂ ਦੀਆਂ ਟ੍ਰੇਨਿੰਗ ਬੈਟਰ ਹੋ ਸਕਦੀਆਂ ਮੈਡੀਕਲ ਦੀਆਂ ਵੀ। ਔਰ ਜਿਸ ਤਰ੍ਹਾਂ ਸਾਡੇ ਅਸੀਂ ਹੁਣ ICU ਸ਼ੁਰੂ ਕਰਨ ਜਾ ਰਹੇ ਹਾਂ ਫੋਰਟਿਸ ਦੇ ਨਾਲ, ਉਹਦੇ ਵਿੱਚ ਕੀ ਹੋਏਗਾ ਕਿ ਜਿਹੜੇ ਸਾਡੇ ਯੰਗ ਡਾਕਟਰਸ ਆਉਣਗੇ ਅਸੀਂ ਉਹਨਾਂ ਨੂੰ ਕੁਛ ਦੇਰ ਵਾਸਤੇ ਟ੍ਰੇਨਿੰਗ, ਔਰ ਉਹਨਾਂ ਨੂੰ ਦਾ ਮਤਲਬ ਹੈਗਾ ਇਲੈਕਟ੍ਰੋਨਿਕ, ਉਹਨਾਂ ਦੀ ਔਨ ਜੌਬ ਟ੍ਰੇਨਿੰਗ ਕਰਾਵਾਂਗੇ, ਉਹਨਾਂ ਨੂੰ ਲਾਈਫ ਸਕਿੱਲਸ ਸਿਖਾਵਾਂਗੇ। ਸੋ ਉਹਦੇ ਵਿੱਚ ਉਹਨਾਂ ਨੂੰ ਆਪਣੇ ਜਿਹੜੇ ਕੈਰੀਅਰ ਐਡਵਾਂਸਮੈਂਟ ਦੇ ਵਿੱਚ ਵੀ ਮਦਦ ਹੋਏਗੀ, ਪੇਸ਼ੈਂਟ ਕੇਅਰ ਵੀ ਬੈਟਰ ਹੋਏਗਾ। ਸੋ ਇਸ ਤਰ੍ਹਾਂ ਦੇ ਜਿਹੜੇ ਬਹੁਤ ਸਾਰੇ ਇਨੀਸ਼ੀਏਟਿਵ ਅਸੀਂ ਆਉਣ ਵਾਲੇ ਦਿਨਾਂ ਵਿੱਚ ਜ਼ਿਕਰ ਕੀਤਾ ਤੁਸੀਂ ਖਾਸ ਕਰਕੇ, ਕਿਉਂਕਿ ਰਿਜ਼ਾਊਂਡ ਕੀਤੀ ਹੈ ਬਾਰ-ਬਾਰ ਕੈਂਸਰ ਨੂੰ ਲੈ ਕੇ, ਡਾਇਬੀਟੀਜ਼ ਨੂੰ ਲੈ ਕੇ, ਹਾਈਪਰਟੈਂਸ਼ਨ, ਤਿੰਨ ਜਿਹੜੇ ਮੇਨ ਪੰਜਾਬ ਦੇ ਵਿੱਚ ਵੀ ਹੈਗੇ ਨੇ ਕਿਲਰਸ। ਔਰ ਉਹਦੇ ਵਿੱਚ ਹਾਈਪਰਟੈਂਸ਼ਨ ਔਰ ਖਾਸ ਕਰਕੇ ਜ਼ਿਕਰ ਕੀਤਾ ਗਿਆ ਕਿ ਡਾਇਬੀਟੀਜ਼, ਇਹਨਾਂ ਦੋਨਾਂ ਦੀ ਜਿਹੜੇ ਕਿਸੇ ਵੀ ਸਪੈਸ਼ਲਿਸਟ ਜਾਂ ਕਿਸੇ ਵੀ ਐਡਰੈਸ ਨਹੀਂ ਹੁੰਦਾ ਪ੍ਰੋਪਰ ਤਰੀਕੇ ਦੇ ਨਾਲ। ਇਹਦੇ 'ਚ ਦੋ ਸਾਡੇ ਜਿਹੜੇ ਬੈਰੀਅਰਸ ਹੈਗੇ ਆ ਉਹ ਡਿਫਰੈਂਟ ਹੈ। ਇੱਕ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਹੈ, ਅਵੇਅਰਨੈਸ ਨਹੀਂ ਉਹਦੇ 'ਚ। ਜਿਵੇਂ ਆਫਟਰ 40 ਜਾਂ 50 ਉਹਨਾਂ ਨੂੰ ਚੈੱਕ ਕਰਵਾਉਣਾ ਚਾਹੀਦਾ, ਨਾਰਮਲੀ ਲੋਕ ਚੈੱਕ ਨਹੀਂ ਕਰਾਉਂਦੇ ਜਿੰਨੀ ਦੇਰ ਉਹਨਾਂ ਨੂੰ ਕੋਈ ਨਾ ਕੋਈ ਮੈਡੀਕਲ ਪ੍ਰੋਬਲਮ ਨਾ ਆ ਜਾਵੇ। ਇਸ ਕਰਕੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਡਾਇਲਸਿਸ ਸੈਂਟਰ ਬਹੁਤ ਬਣ ਰਹੇ ਆ। ਸੋ ਮੇਰੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਅਵੇਅਰ ਵੀ ਕਰਾਇਆ ਜਾਵੇ ਔਰ ਉਹਨਾਂ ਦੀ ਅਰਲੀ ਡਿਟੈਕਸ਼ਨ। ਕੋਈ ਵੀ ਬਿਮਾਰੀ ਹੈ, ਜੇ ਤੁਸੀਂ ਡਾਇਬੀਟੀਜ਼ ਹਾਈਪਰਟੈਂਸ਼ਨ ਦਾ ਠੀਕ ਟਾਈਮ 'ਤੇ ਇਲਾਜ ਕਰ ਦੋਗੇ ਤਾਂ ਤੁਹਾਨੂੰ ਡਾਇਲਸਿਸ ਬਹੁਤ ਘੱਟ ਕਰਨੇ ਪੈਣਗੇ। ਇਸੇ ਤਰ੍ਹਾਂ ਜਿਹੜਾ ਕੈਂਸਰ ਹੈ ਉਹਦੇ 'ਚ ਅਰਲੀ ਡਿਟੈਕਸ਼ਨ ਐਂਡ ਟ੍ਰੀਟਮੈਂਟ, ਉਸ ਵੇਲੇ ਕੈਂਸਰ ਕਿਉਰੇਬਲ ਹੁੰਦਾ। ਉਸ ਤੋਂ ਇੱਕ ਸਟੈਪ ਅੱਗੇ ਜਾ ਕੇ ਜਿਹੜੇ ਉਹਦੇ 98% ਕਾਜ਼ਜ਼ ਹੈ ਉਹ ਇਨਵਾਇਰਮੈਂਟਲ ਹੈ, ਜਾਂ ਤੁਹਾਡੇ ਖਾਣੇ ਵਿੱਚ ਹੈ, ਤੁਹਾਡੀ ਹਵਾ ਦੇ ਵਿੱਚ ਹੈ, ਤੁਹਾਡੇ ਵਾਤਾਵਰਣ ਦੇ ਵਿੱਚ ਹੈ। ਜੇ ਅਸੀਂ ਲੋਕਾਂ ਨੂੰ ਉਹਦੇ ਬਾਰੇ ਅਵੇਅਰਨੈਸ ਕਰਾਂਗੇ ਤਾਂ ਅਸੀਂ ਕੈਂਸਰ ਤੋਂ ਬਹੁਤ ਹੱਦ ਤੱਕ ਬਚ ਸਕਦੇ ਹਾਂ। ਉਹ ਬੜੀ ਅਫੋਰਡੇਬਲ ਹੈਲਥ ਕੇਅਰ ਹੈ। ਸੋ ਇਹ ਸਾਰੇ ਏਰੀਆਜ਼ ਹੈਗੇ ਜਿਹੜੇ ਸਾਡੇ ਕੋਲ ਏਰੀਆਜ਼ ਆਫ ਕੋਲੈਬੋਰੇਸ਼ਨ ਹੈ। ਉਹਦੇ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਵੀ ਰੋਲ ਹੈ, ਉਹਦੇ ਵਿੱਚ ਜਿਹੜੇ ਮਤਲਬ ਮੈਡੀਕਲ ਟੈਕਨੋਲੋਜੀ ਦਾ ਵੀ ਰੋਲ ਆ, ਔਰ ਉਹਦੇ 'ਚ ਸਾਡੇ ਜਿਹੜੇ ਟੌਪ ਐਂਡ ਹਸਪੀਟਲ ਹੈਗੇ ਆ ਉਹਨਾਂ ਦਾ ਸਾਡਾ ਜਿਹੜਾ ਟ੍ਰੇਨਿੰਗ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਡਾਕਟਰ ਸਾਹਿਬ ਇੱਕ ਸਵਾਲ ਬੜਾ ਵੱਡਾ ਹੈ ਸੀਗਾ ਨਰਸਿੰਗ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਵੀ ਇਹ ਗੱਲ ਕਹੀ ਕਿ ਹੁਣ ਜੀ ਟ੍ਰੇਨਿੰਗ ਹੈ ਉਹ ਪ੍ਰੋਪਰ ਨਹੀਂ ਹੋ ਰਹੀ, ਜਿਸ ਕਰਕੇ ਨਰਸਿਸ ਜਿਹੜੀਆਂ ਅਪਾਇੰਟ ਹੋ ਰਹੀਆਂ ਨੇ ਉਹ ਅਪ ਟੂ ਦਾ ਮਾਰਕ ਨਹੀਂ ਹੈ।
ਉਸ ਚੀਜ਼ ਨੂੰ ਕਿੱਦਾਂ ਦੇਖਿਆ ਜਾਵੇ? ਕਿਉਂਕਿ ਜੇਕਰ ਤੁਸੀਂ ਪਟਿਆਲੇ ਦੇ ਕਾਲਜਸ ਦਾ ਜ਼ਿਕਰ ਕੀਤਾ, ਸੰਗਰੂਰ ਦੇ ਕਾਲਜਸ ਦਾ ਜ਼ਿਕਰ ਕੀਤਾ, ਹੋਰ ਵੀ ਥਾਵਾਂ ਦੇ ਕਾਲਜਸ ਦਾ ਜ਼ਿਕਰ ਕੀਤਾ, ਖਬਰਾਂ ਕਈ ਵਾਰੀ ਇੱਥੋਂ ਉਹ ਵੀ ਸਾਹਮਣੇ ਆਉਂਦੀਆਂ ਨੇ ਕਿ ਪੈਸੇ ਲੈ ਕੇ ਡਿਗਰੀਆਂ ਬਣਾ ਦਿੱਤੀਆਂ ਜਾਂਦੀਆਂ ਨੇ ਕਿਉਂਕਿ ਕੁੜੀਆਂ ਨੇ ਬਾਹਰ ਜਾਣਾ ਹੁੰਦਾ, ਉਸ ਕਰਕੇ ਜਿਹੜਾ ਨਰਸਿੰਗ ਦੀ ਕੁਆਲਿਟੀ ਜਿਹੜੀ ਹੈ ਉਹ ਡਿੱਗਦੀ ਜਾ ਰਹੀ ਹੈ। ਹਾਂ, ਉਹ ਜਿਹੜੇ ਸਾਡੇ ਬਹੁਤ ਸਾਰੇ ਪ੍ਰਾਈਵੇਟ ਨਰਸਿੰਗ ਕਾਲਜਸ ਹੈਗੇ ਆ, ਅਸੀਂ ਉਹਨਾਂ ਨੂੰ ਰੈਗੂਲੇਟ ਕਰ ਰਹੇ ਹਾਂ। ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਉਹਨੂੰ ਰੀਸਟਰਕਚਰ ਕਰ ਰਹੇ ਹਾਂ ਕਿ ਜਿਹੜਾ ਇੱਕ ਬੱਚਾ ਜਨਰਲ ਨਰਸਿੰਗ ਕਰੇਗਾ, ਜਿਹੜਾ BSc ਨਰਸਿੰਗ ਕਰੇਗਾ ਔਰ ਜਿਹੜਾ ਕੋਈ MSc ਨਰਸਿੰਗ ਕਰੇਗਾ, ਉਹਨਾਂ ਕੋਲੇ ਸਕਿੱਲ ਸੈੱਟ ਕੀ ਹੋਣਗੇ, ਇਹ ਵਾਲੇ ਸਕਿੱਲ ਉਸ ਬੱਚੇ ਨੂੰ ਅਸੀਂ ਦੇਣੇ ਆ। ਉਸ ਹਿਸਾਬ ਨਾਲ ਉਹਨਾਂ ਦੀ ਜਿਹੜੀ ਸਾਰੀ ਟ੍ਰੇਨਿੰਗ ਹੈ ਅਸੀਂ ਰੀਸਟਰਕਚਰ ਕਰ ਰਹੇ ਹਾਂ। ਇਸੇ ਤਰ੍ਹਾਂ ਮੈਡੀਕਲ ਸਟੂਡੈਂਟਸ ਵਾਸਤੇ ਕਰ ਰਹੇ ਹਾਂ ਕਿ ਮੈਂ ਹਾਊਸ ਜਿਹੜਾ ਤੁਹਾਨੂੰ ਦੱਸਿਆ ਹੈਗਾ ਵੀ ਮੈਂ ਰੀਸੈਂਟਲੀ ਜਿਹੜੀ ਹਾਊਸ ਜੋਬ ਇੰਟਰੋਡਿਊਸ ਕੀਤੀ ਆ। ਜਦੋਂ ਇੰਟਰਨਸ਼ਿਪ ਤੋਂ ਬਾਅਦ ਬੱਚੇ PG ਇੰਟਰੈਂਸ ਦੀ ਤਿਆਰੀ ਕਰਨ ਲੱਗ ਜਾਂਦੇ ਸੀ, ਉਹ ਫਿਰ PG ਪੋਸਟ ਗ੍ਰੈਜੂਏਸ਼ਨ ਕਰਕੇ ਕੋਈ ਆਈ ਸਰਜਨ ਬਣ ਕੇ ਆ ਗਿਆ ਜੀ। ਉਹ ਜਦੋਂ ਆਪਰੇਟ ਕਰ ਰਿਹਾ ਪੇਸ਼ੈਂਟ ਨੂੰ ਇੱਕਦਮ ਉਹਦਾ BP ਲੋ ਹੋ ਗਿਆ ਜਾਂ ਪੇਸ਼ੈਂਟ ਸ਼ੌਕ ਚਲਾ ਗਿਆ ਕਿਉਂਕਿ ਡਾਕਟਰ ਨੇ ਉਹ ਟ੍ਰੇਨਿੰਗ ਕੀਤੀ ਨਹੀਂ ਹੈ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 1 ਸਾਲ ਉਹ ਜਨਰਲ ਜਿਹੜੀ ਇਹ ਵਾਲੀ ਟ੍ਰੇਨਿੰਗ ਜਿਹੜੀ ਹੈ ਜਿਹਨੂੰ ਅਸੀਂ ਕ੍ਰਿਟੀਕਲ ਕੇਅਰ ਕਹਿੰਦੇ ਆ, ਐਵਰੀ ਡਾਕਟਰ ਨੂੰ ਜਿਹੜੇ ਜਿੰਨੇ ਵੀ ਡਾਕਟਰ ਹੈ ਈਵਨ ਨਰਸਿੰਗ ਸਟੂਡੈਂਟ ਹੈ ਉਹਨਾਂ ਨੂੰ ਫਸਟ ਏਡ, ਉਹਨਾਂ ਨੂੰ ਇੰਟੂਬੇਸ਼ਨ, ਜਿਵੇਂ ਕਿਸੇ ਦਾ ਸਾਹ ਨਹੀਂ ਆ ਰਿਹਾ, ਕਿਸੇ ਨੂੰ ਕੋਈ ਪ੍ਰੋਬਲਮ ਹੈ, ਸੋ ਇਹ ਸਾਰੇ ਜਿਹੜੇ ਪ੍ਰੋਸੀਜਰ ਹੈ ਅਸੀਂ ਉਹਨਾਂ ਨੂੰ ਜਿਹੜਾ ਇਹ ਸਿਖਾਇਆ ਕਰਾਂਗੇ ਮੈਡੀਕਲ ਕਾਲਜ ਦੇ ਵਿੱਚ। ਦਿਸ ਵੀ ਆਈ ਵਿਲ ਮੇਕ ਇਟ ਪਾਰਟ ਆਫ ਦੇਅਰ ਟ੍ਰੇਨਿੰਗ। ਸੋ ਉਹਦੇ 'ਤੇ ਅਸੀਂ ਕੰਮ ਕਰ ਰਹੇ ਹਾਂ ਆਲਰੇਡੀ। ਅਸੀਂ ਜਿਹੜੇ ਸਾਡੇ ਜਿਵੇਂ ਯੂਨੀਵਰਸਿਟੀ ਦਾ ਜਿਹੜਾ ਸਾਡਾ ਬੋਰਡ ਆਫ ਮੈਨੇਜਮੈਂਟ ਹੈ ਉਹਦੇ 'ਚ ਮੈਂ ਜਿਹੜੇ ਬਹੁਤ ਐਮੀਨੈਂਟ ਡਾਕਟਰਸ ਲਏ ਆ ਜਿਹੜੇ ਇਹਦੇ ਵਾਸਤੇ ਕੰਟਰੀਬਿਊਟ ਕਰਨਾ ਚਾਹੁੰਦੇ ਆ। ਔਰ ਅਸੀਂ ਆਪਣੀ ਮੈਡੀਕਲ ਐਜੂਕੇਸ਼ਨ ਔਰ ਹੈਲਥ ਕੇਅਰ ਇਹਨੂੰ ਹੋਰ ਜ਼ਿਆਦਾ ਅਫੋਰਡੇਬਲ, ਕੁਆਲਿਟੀ ਵਾਈਜ਼ ਹੋਰ ਜ਼ਿਆਦਾ ਬੈਟਰ ਔਰ ਲਾਰਜਰ ਸੈਕਸ਼ਨ ਵਾਸਤੇ ਇਹ ਜਿਹੜੀ ਹੈ ਇਹਦੀ ਅਵੇਲੇਬਿਲਿਟੀ ਔਰ ਅਸੈਪਟੇਬਲ ਕਰਨਾ। ਮਿਸਾਲ ਦੇ ਤੌਰ ਤੇ ਮੈਂ ਯੂਨੀਅਨ ਹੈਲਥ ਮਿਨਿਸਟਰ ਨੂੰ ਮਿਲਿਆ, ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਜਿਹੜੀਆਂ ਸਿਹਤ ਸੇਵਾਵਾਂ ਹੈਗੀਆਂ, ਜਿਹੜੀ ਇੰਸ਼ੋਰੈਂਸ ਹੈ ਉਹ ਤਾਂ ਤੁਸੀਂ ਦੇ ਰਹੇ ਹੋ 20 ਕਰੋੜ ਬੰਦਿਆਂ ਨੂੰ ਔਰ ਰਾਸ਼ਨ ਦੇ ਰਹੇ ਹੋ 80 ਕਰੋੜ ਬੰਦਿਆਂ ਨੂੰ। ਜਿਹੜੇ ਬੰਦੇ ਆਪਣਾ ਰਾਸ਼ਨ ਨਹੀਂ ਖਰੀਦ ਸਕਦੇ ਉਹ ਹੈਲਥ ਕੇਅਰ ਕਿੱਥੋਂ ਅਫੋਰਡ ਕਰ ਲੈਣਗੇ? ਔਰ ਏਮਸ ਦੀ ਸਟੱਡੀ ਹੈ ਕਿ 80% ਜਿਹੜੇ ਬੰਦੇ ਆ ਉਹ ਗਰੀਬ ਹੋ ਜਾਂਦੇ ਆ, ਦੇ ਸਲਿਪ ਬਿਲੋ ਦਾ ਪਾਵਰਟੀ ਲਾਈਨ ਬਿਕਾਜ਼ ਆਫ ਆਊਟ ਆਫ ਪਾਕਟ ਐਕਸਪੈਂਸਿਸ ਔਨ ਹੈਲਥ। ਜੇ ਉਹਨਾਂ ਦੇ ਘਰ 'ਚ ਕਿਸੇ ਨੂੰ ਕੈਂਸਰ ਹੋ ਗਿਆ, TB ਹੋ ਗਈ ਜਾਂ ਕੋਈ ਉਹਨਾਂ ਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਕੋਈ ਕੈਂਸਰ ਮਤਲਬ ਕੋਈ ਹੋਰ ਇਹੋ ਜਿਹੀ ਨਾਮਰਾਦ ਬਿਮਾਰੀ ਹੋ ਗਈ, ਗੁਰਦੇ ਫੇਲ ਹੋ ਗਏ, ਤਾਂ ਉਹ ਖਰਚਾ ਕਰਨ ਕਰਕੇ ਉਹ ਗਰੀਬੀ ਰੇਖਾ ਤੋਂ ਨੀਚੇ ਚਲੇ ਜਾਂਦੇ ਆ। ਸੋ ਉਹਨਾਂ ਵਾਸਤੇ ਜਿਹੜਾ ਹੈਗਾ ਉਹ ਸਾਡੀ ਸਰਕਾਰ ਦੀ ਪ੍ਰਾਇਰਟੀ ਆ ਕਿ ਉਹਨਾਂ ਦੀ ਇਹ ਨੌਬਤ ਨਾ ਆਵੇ। ਕੋਈ ਵੀ ਜਿੰਨੀ ਵੀ ਬਿਮਾਰੀ ਹੋਵੇ ਉਹਨਾਂ ਨੂੰ ਜਿਹੜੀ ਸਾਰੀ ਹੈਲਥ ਕੇਅਰ ਪ੍ਰੋਵਾਈਡ ਕਰਨੀ ਹੈ, ਕੁਆਲਿਟੀ ਹੈਲਥ ਕੇਅਰ ਪ੍ਰੋਵਾਈਡ ਕਰਨੀ ਹੈ, ਉਹ ਸਰਕਾਰ ਨੇ ਕਰਨੀ ਹੈ ਕਿਉਂਕਿ ਇਹ ਫੰਡਾਮੈਂਟਲ ਰਾਈਟ ਹੈ। ਮੰਤਰੀ ਜੀ ਕਈ ਜਗ੍ਹਾ ਡਾਇਗਨੋਸਟਿਕਸ ਦੀ ਗੱਲ ਹੈਗੀ ਤੇ ਤੁਸੀਂ ਮੈਡੀਕਲ ਸਰਵਿਸਿਜ਼ ਤਿੰਨਾਂ ਦੀ ਗੱਲ ਕੀਤੀ ਹੈ, ਕਿੰਨਾ 'ਚ ਜਿਹੜਾ ਤੁਸੀਂ ਆਫਰ ਕੀਤਾ ਹੈ ਕਿ ਕੋਲੈਬੋਰੇਸ਼ਨ ਦੇ ਲਈ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਅੱਗੇ ਆਵੇ ਤੇ ਗਵਰਨਮੈਂਟ ਦੇ ਨਾਲ ਕੋਲੈਬੋਰੇਸ਼ਨ 'ਚ ਆਵੇ, ਪਰ ਉਸ ਦੇ ਨਾਲ ਹੀ ਜਿੱਥੋਂ ਤੱਕ ਕਹਿ ਸਕਦੇ ਹਾਂ ਕਿ ਇਸ ਤੋਂ ਪਹਿਲੇ ਹੈਲਥ ਸਰਵਿਸਿਜ਼ ਦਾ ਵਾਕਈ ਸਕੇਲ ਠੀਕ ਨਹੀਂ ਸੀ, ਜਿਹੜਾ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਪ੍ਰਾਈਵੇਟ ਪਾਸੇ ਜਾਂਦੇ ਸੀ ਤਾਂ ਹੀ ਕਰਕੇ ਉਹਨਾਂ ਦੀ ਜੇਬਾਂ ਬਿਲਕੁਲ ਹੀ ਜਿਹੜੀਆਂ ਉਹ ਬੋਲ ਹੋ ਜਾਂਦੇ ਸੀ ਔਰ ਉਹਨਾਂ ਨੂੰ ਆਪਣਾ ਰੋਟੀ ਪਾਣੀ ਹੀ ਨਹੀਂ ਪੂਰਾ ਹੋ ਪਾਉਂਦਾ ਸੀ ਤੇ ਹੈਲਥ ਸਰਵਿਸਿਜ਼ ਕਿੱਥੋਂ ਲੈਣਾ। ਬੀਬਾ ਜੀ ਮੇਰਾ ਖਿਆਲ ਤੁਹਾਡੇ ਮੈਨੂੰ ਪਤਾ ਨਹੀਂ ਤੁਹਾਡੀ ਉਮਰ ਕਿੰਨੀ ਹੈ, ਜੇ ਤੁਸੀਂ ਅੱਜ ਤੋਂ 20-25 ਸਾਲ ਪਹਿਲਾਂ ਦੇਖੋਗੇ ਤੁਹਾਨੂੰ ਲੱਗੇਗਾ ਕਿ ਜਿਹੜੇ ਸਰਕਾਰੀ ਹਸਪਤਾਲ ਹੈ, ਜਿਹੜੇ ਮੈਡੀਕਲ ਕਾਲਜ ਹੈ ਜਾਂ ਜਿਹੜੇ ਜਿਵੇਂ ਪਟਿਆਲੇ ਦਾ ਮੈਡੀਕਲ ਕਾਲਜ ਹੈ ਉਹਦੇ ਵਿੱਚ ਖਾਲੀ ਪੰਜਾਬ ਤੋਂ ਨਹੀਂ, ਉਹਦੇ ਵਿੱਚ ਹਰਿਆਣੇ ਤੋਂ, ਹਿਮਾਚਲ ਤੋਂ, ਜੰਮੂ ਕਸ਼ਮੀਰ ਤੋਂ ਪੇਸ਼ੈਂਟ ਇਲਾਜ ਕਰਾਉਣ ਆਉਂਦੇ ਸੀ, ਬਾਹਰਲੇ ਸੂਬਿਆਂ ਤੋਂ ਆਉਂਦੀ ਸੀ। ਹੁਣ ਜਿਹੜੇ ਸਾਡੇ ਓਵਰ ਦਾ ਜਿਹੜਾ ਈਅਰ ਸਾਡੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਰਹੀਆਂ ਨਾ, ਮੈਂ ਕੋਈ ਪੋਲੀਟਿਕਸ ਨਹੀਂ ਕਰ ਰਿਹਾ, ਲੇਕਿਨ ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਉਹਨਾਂ ਨੇ ਮੈਡੀਕਲ ਐਜੂਕੇਸ਼ਨ ਨੂੰ, ਹੈਲਥ ਕੇਅਰ ਨੂੰ ਇਗਨੋਰ ਕੀਤਾ। ਉਹਨਾਂ ਦੇ ਵਿੱਚ ਜਿਵੇਂ ਤੁਸੀਂ ਦੇਖ ਲਓ ਜਿਹੜੀਆਂ ਡਿਸਪੈਂਸਰੀਆਂ ਤੁਹਾਡੀਆਂ ਰੂਰਲ ਡਿਸਪੈਂਸਰੀਜ਼ ਹੈਗੀਆਂ 2006 'ਚ ਬਣੀਆਂ ਸੀਗੀਆਂ, ਉਸ ਤੋਂ ਬਾਅਦ ਉੱਥੇ ਵਾਈਟ ਵਾਸ਼ ਵੀ ਨਹੀਂ ਹੋਇਆ। ਅਸੀਂ ਉਹਨਾਂ ਨੂੰ ਹੁਣ ਅਪਗ੍ਰੇਡ ਕਰ ਰਹੇ ਹਾਂ। ਇਸੇ ਤਰ੍ਹਾਂ ਸਾਡਾ ਜਿਹੜਾ ਬਾਕੀ ਦਾ ਸੀਗਾ, ਜਿਵੇਂ ਅਸੀਂ ਹੁਣ ਬਹੁਤ ਸਾਰੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰ ਸੀ, ਸਿਟੀ ਡਿਸਪੈਂਸਰੀ ਸੀਗੀਆਂ, ਉੱਥੇ ਅਸੀਂ ਆਮ ਆਦਮੀ ਕਲੀਨਿਕ ਖੋਲ੍ਹੇ ਆ। ਇੱਥੇ ਡਾਕਟਰ ਵੀ ਹੈ, ਦਵਾਈ ਵੀ ਹੈ, ਕਮਰਾ ਵੀ ਸਾਫ਼ ਸੁਥਰਾ ਹੈ, ਬਿਲਡਿੰਗ ਵੀ ਸੇਫ ਹੈ ਔਰ ਉੱਥੇ ਟੈਸਟ ਵੀ ਸਾਰੇ ਹੁੰਦੇ ਆ। ਬਹੁਤ ਪਾਪੂਲਰ ਹੈ ਉੱਥੇ, 35 ਲੱਖ ਲੋਕਾਂ ਨੇ ਇਲਾਜ ਕਰਾਇਆ। ਉਹਦੀ ਡਿਮਾਂਡ ਬਹੁਤ ਹੈ ਸਾਡੇ ਕੋਲ। ਸਾਡਾ ਵੀ ਲੋਕ ਕਹਿੰਦੇ ਸਾਡੇ ਆਮ ਆਦਮੀ ਕਲੀਨਿਕ ਖੋਲ੍ਹਦੇ ਕਿਉਂਕਿ 90% ਲੋਕਾਂ ਦਾ ਇੰਨਾ ਕੀ ਹੁੰਦਾ ਜੋ ਮਹੱਲਾ ਕਲੀਨਿਕ ਜਿਵੇਂ 40 ਟੈਸਟ ਹੋਣੇ, 80 ਦਵਾਈਆਂ ਮਿਲਣੀਆਂ, 90% ਲੋਕਾਂ ਨੂੰ ਇਸ ਤੋਂ ਵੱਧ ਲੋੜ ਨਹੀਂ ਹੁੰਦੀ। ਇਹ ਸਾਡਾ ਪ੍ਰਾਇਮਰੀ ਹੈਲਥ ਕੇਅਰ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਸਬ ਡਿਵੀਜ਼ਨ ਹਸਪੀਟਲ ਹੈ ਔਰ ਡਿਸਟ੍ਰਿਕਟ ਹਸਪੀਟਲ ਅਸੀਂ ਉਹਨੂੰ ਅਪਗ੍ਰੇਡ ਕਰ ਰਹੇ ਹਾਂ। ਕਿਸੇ ਨੂੰ ਐਕਸਰੇ ਚਾਹੀਦਾ, ਅਲਟਰਾਸਾਊਂਡ ਚਾਹੀਦਾ, CT ਸਕੈਨ ਚਾਹੀਦਾ, MRI ਉਹ ਡਿਸਟ੍ਰਿਕਟ ਹਸਪੀਟਲ ਸਾਰਾ ਕੁਝ ਹੋਏਗਾ। ਟਰਸ਼ਰੀ ਕੇਅਰ ਵਾਸਤੇ ਅਸੀਂ ਮੈਡੀਕਲ ਕਾਲਜਸ ਨੂੰ ਤਿਆਰ ਕਰ ਰਹੇ ਹਾਂ। ਉੱਥੇ ਹੁਣ ਸਾਡੇ ਰੀਸੈਂਟਲੀ ਅਸੀਂ ਨਿਊਰੋ ਸਰਜਨ ਸਾਡੇ ਜਿਹੜੇ ਪਟਿਆਲੇ 'ਚ ਵੀ ਔਰ ਅੰਮ੍ਰਿਤਸਰ ਦੇ ਵਿੱਚ ਵੀ ਜੁਆਇਨ ਕੀਤੇ ਆ। ਇਸ ਤਰ੍ਹਾਂ ਸਾਰੇ ਸੁਪਰ ਸਪੈਸ਼ਲਿਸਟ ਉੱਥੇ ਹੋਣਗੇ। ਜਦੋਂ ਇਹ ਸਾਡੇ ਤਿੰਨੋਂ ਹੀ ਜਿਹੜੇ ਸਾਡੇ ਲੈਵਲ ਤੇ ਜਿਹੜੇ ਸਾਡੇ ਤਿੰਨੋਂ ਵਿੰਗ ਹੈ, ਪ੍ਰਾਇਮਰੀ ਕੇਅਰ, ਸੈਕੰਡਰੀ ਕੇਅਰ, ਟਰਸ਼ਰੀ ਕੇਅਰ ਔਰ ਇਸ ਤੋਂ ਅੱਗੇ ਜਾ ਕੇ ਇੱਕ ਜਿਹੜਾ ਸਾਡੀ CM ਦੀ ਯੋਗਸ਼ਾਲਾ ਹੈਗੀ ਪ੍ਰੀਵੈਂਟਿਵ ਵਾਲੇ, ਜਦੋਂ ਇਹ ਚਾਰੋਂ ਲੈਵਲ ਤੇ ਸਾਡੀ ਜਿਹੜੀਆਂ ਸਾਰੇ ਪੰਜਾਬ ਦੇ ਸਰਵਿਸਿਜ਼ ਹੋ ਜਾਣਗੀਆਂ ਤਾਂ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ, ਗਰੰਟੀ ਨਾਲ ਕਹਿ ਸਕਦਾ ਕਿ ਜੋ ਸਾਡੇ ਮੁੱਖ ਮੰਤਰੀ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ, ਉਦੋਂ ਲੋਕਾਂ ਦੇ ਵਿੱਚ ਗੁਰਦੇ ਫੇਲ ਹੋਣੇ ਬਹੁਤ ਘੱਟ ਹੋ ਜਾਣਗੇ। ਕੈਂਸਰ ਰਹੇਗਾ
ਲੇਕਿਨ ਘੱਟ ਹੋਣਾ ਸ਼ੁਰੂ ਹੋ ਜਾਏਗਾ, ਇਸ ਵੇਲੇ ਵੱਧ ਰਿਹਾ ਉਹ। ਇਸੇ ਤਰ੍ਹਾਂ ਜਿਹੜੇ ਗੋਡੇ ਬਦਲਦੇ ਆ, ਦੂਜੇ ਬਦਲਦੇ ਆ, ਜੇ ਲੋਕ ਯੋਗਾ ਕਰਨਗੇ, ਇੱਕ ਹੈਲਦੀ ਲਾਈਫ ਸਟਾਈਲ ਲੀਡ ਕਰਨਗੇ, ਵਾਕਿੰਗ ਕਰਨਗੇ, ਸਾਈਕਲਿੰਗ ਕਰਨਗੇ, ਉਹ ਸਾਰਾ ਕੁਝ ਅਸੀਂ ਇੰਟਰੋਡਿਊਸ ਕਰ ਰਹੇ ਹਾਂ, ਜਿਹੜੀ ਇੱਕ ਹੋਲਿਸਟਿਕ ਹੈਲਥ ਕੇਅਰ ਦਾ ਜਿਹੜਾ ਮਾਡਲ ਅਸੀਂ ਪੰਜਾਬ 'ਚ ਲੈ ਕੇ ਆਵਾਂਗੇ। ਮੰਤਰੀ ਜੀ, ਹੜ੍ਹਾਂ ਤੋਂ ਬਾਅਦ ਕਈ ਥਾਵਾਂ ਤੋਂ ਡਾਇਰੀਆ ਦੀ, ਮਲੇਰੀਆ ਦੀ, ਇਸ ਤਰ੍ਹਾਂ ਦੀ ਖਬਰਾਂ ਆ ਰਹੀਆਂ, ਕਿਸੇ ਤਰ੍ਹਾਂ ਦੀ ਮਹਾਮਾਰੀ ਦਾ ਆਸ਼ੰਕਾ ਤੇ ਨਹੀਂ ਹੈ? ਆਈ ਵਾਂਟ ਟੂ ਰੀਅਸ਼ੋਰ ਪੀਪਲ, ਕਿਸੇ ਕਿਸਮ ਦੀ ਕੋਈ ਮਹਾਮਾਰੀ ਆਉਣ ਦੀ ਨੌਬਤ ਨਹੀਂ ਦਿੱਤੀ ਜਾਏਗੀ। ਮੈਂ ਸਾਰੇ ਜ਼ਿਲ੍ਹਿਆਂ ਦਾ ਟੂਰ ਕਰ ਚੁੱਕਿਆ ਜੀ। ਸਾਡੇ ਕੋਲੇ ਪਲੈਂਟੀ ਆਫ ਸਪਲਾਈਜ਼ ਹੈ, ਹਰ ਸਿਵਲ ਸਰਜਨ ਕੋਲੇ ਪਲੈਂਟੀ ਆਫ ਜਿਹੜੀਆਂ ਸਾਡੀਆਂ ਕਲੋਰੀਨ ਟੈਬਲੇਟਸ ਹੈ। ਜਿਹੜਾ ਪਾਣੀ ਹੈ ਉਹ ਸੇਫ ਪੀਓ, ਜਾਂ ਤਾਂ ਉਹਨੂੰ ਤੁਸੀਂ ਜਿਹੜਾ ਬੋਤਲ ਵਾਲਾ ਪੀ ਲਓ, ਜਾਂ ਕਲੋਰੀਨ ਦੀ ਗੋਲੀ ਲੈ ਜਾਓ, ਉਹਨੂੰ ਪਾਣੀ 'ਚ ਪਾ ਕੇ ਅੱਧੇ ਘੰਟੇ ਬਾਅਦ ਤੁਸੀਂ ਯੂਜ਼ ਕਰ ਸਕਦੇ ਹੋ। ਜਿਹੜੇ ਬੋਇਲ ਕਰ ਸਕਦੇ ਆ, ਬੋਇਲ ਕਰਕੇ ਠੰਡਾ ਕਰਕੇ ਪੀ ਸਕਦੇ। ਹਾਲਾਤ ਕੀ ਹੈ ਸਰ? 40% ਹਾਲਾਤ ਜਿਹੜੇ ਹੈਗੇ ਆ ਬਹੁਤ ਤੇਜ਼ੀ ਨਾਲ ਸੁਧਰ ਰਹੇ ਆ। ਉਹ ਸਾਡੇ ਕੋਲੇ ਜਿਹੜੀਆਂ ਗਵਰਨਮੈਂਟ ਸੈਕਟਰ ਦੇ ਵਿੱਚ ਤਕਰੀਬਨ 450 450 ਸਾਡੇ ਕੋਲੇ ਰੈਪਿਡ ਰਿਸਪੌਂਸ ਟੀਮਸ ਹੈਗੀਆਂ, ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬਹੁਤ ਅੱਛਾ ਰੋਲ ਪਲੇ ਕੀਤਾ। ਔਰ ਜਿੰਨੀਆਂ ਸਾਡੀਆਂ ਚਾਹੇ ਨਰਸਿੰਗ ਕਾਲਜਿਸ ਆ, ਆਯੁਰਵੈਦਿਕ ਕਾਲਜਿਸ ਆ, ਈਵਨ ਸਾਡੇ ਡਰੱਗ ਰੀਹੈਬ ਸੈਂਟਰਸ ਆ, ਜਿੰਨੇ ਹੈਗੇ ਉਹ ਸਾਰੇ ਕੰਟਰੀਬਿਊਟ ਕਰ ਰਹੇ ਆ। ਇੱਕ ਵੈਲ ਇਕੁਇਪਡ ਐਂਬੂਲੈਂਸ ਸਾਡੇ ਕੋਲੇ 500 550 ਕੁੱਲ ਮਿਲਾ ਕੇ ਸਾਡੇ ਕੋਲੇ ਪੰਜਾਬ 'ਚ 1000 ਰੈਪਿਡ ਰਿਸਪੌਂਸ ਟੀਮਸ ਆ। ਔਰ ਅਸੀਂ ਫੁੱਲੀ ਕੇਅਰਡ ਹੈ, ਫੁੱਲੀ ਪ੍ਰਿਪੇਅਰਡ ਹੈ। ਔਰ ਅਸੀਂ ਵਾਟਰ ਐਂਡ ਸੈਨੀਟੇਸ਼ਨ ਵਾਲਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਅੱਜ ਹੀ ਮੀਟਿੰਗ ਕੀਤੀ ਆ ਕਿ ਅਸੀਂ ਸਾਰੇ ਪੰਜਾਬ ਦੇ ਪਾਣੀ ਦੇ ਸੈਂਪਲ ਟੈਸਟ ਕਰ ਰਹੇ ਹਾਂ। ਕੋਈ ਮਹਾਮਾਰੀ ਨਹੀਂ ਆਏਗੀ, ਲੋਕਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ। ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਤੁਸੀਂ ਸਿਰਫ ਆਪਣੇ ਨੇੜੇ ਦੇ ਸਿਹਤ ਕਰਮਚਾਰੀ ਨੂੰ ਜਾਂ ਸਿਵਲ ਸਰਜਨ ਨੂੰ ਕੰਟੈਕਟ ਕਰਨਾ, ਇਮੀਡੀਏਟਲੀ ਤੁਹਾਡੇ ਕੋਲੇ ਵਿਦਨ ਮਿੰਟਸ ਤੁਹਾਡੇ ਕੋਲੇ ਮੈਡੀਕਲ ਏਡ ਪਹੁੰਚ। ਡਾਕਟਰ ਸਾਹਿਬ, ਕੋਈ ਇਸ ਦਾ ਡਾਟਾ ਸਾਹਮਣੇ ਆਇਆ ਕਿ ਕਿੰਨੇ ਕੁ ਲੋਕਾਂ ਤੱਕ ਕੁਝ ਬਿਮਾਰੀ ਫੈਲੀ? ਕਿਉਂਕਿ ਹਰਿਆਣਾ ਨੇ ਆਪਣਾ ਡਾਟਾ ਦਿੱਤਾ ਹੈ, ਬਾਹਰ ਤੋਂ ਬਾਅਦ ਉਹਨਾਂ ਨੂੰ 26000 ਤੱਕ ਮਰੀਜ਼ ਜਿਹੜੇ ਨੇ ਉਹ ਬਿਮਾਰ ਜੋ ਰਿਪੋਰਟ ਹੋਏ ਨੇ। ਕਿ ਅਜਿਹੀਆਂ ਰਿਪੋਰਟਸ ਕੁਝ ਪੰਜਾਬ ਦੇ ਵਿੱਚ ਵੀ ਆਈਆਂ ਨੇ, ਖਾਸ ਕਰਕੇ ਜਿਹੜੇ ਬਾਹਰ ਗ੍ਰਸਤ ਇਲਾਕੇ? ਹਾਂ, ਬਿਲਕੁਲ ਜੀ। ਸਾਡੇ ਨਾ ਅਜੇ ਬਹੁਤ ਰੇਅਰ ਔਰ ਸਪੋਰੈਡਿਕ ਜਿਹੜੇ ਡਾਇਰੀਆ ਦੇ ਕੇਸਿਸ, ਕਿਸੇ ਪਿੰਡ 'ਚੋਂ ਇੱਕ ਆ ਗਏ, ਦੋ ਆ ਗਏ, ਜਿਹਨੂੰ ਅਸੀਂ ਕਲਸਟਰ ਫਾਰਮ 'ਚ ਕਹਿੰਦੇ ਹਾਂ, 5 ਤੋਂ ਵੱਧ, ਉਹ ਸਿਰਫ ਮੋਹਾਲੀ 'ਚ ਆਏ ਸੀ, ਜਿਹਨੂੰ ਅਸੀਂ ਕੰਟੇਨ ਕਰ ਲਿਆ। ਹੋਰ ਸਾਰੇ ਪੰਜਾਬ 'ਚ ਕਿਤੇ ਵੀ ਕਲਸਟਰ ਫਾਰਮ 'ਚ ਨਾ ਫੀਵਰ, ਡੇਂਗੂ, ਚਿਕਨਗੁਨੀਆ, ਮਲੇਰੀਆ, ਨਾ ਫੀਵਰ ਤੇ ਨਾ ਡਾਇਰੀਆ ਦੇ ਕੇਸਿਸ ਕਲਸਟਰ ਫਾਰਮ ਸਾਰੇ ਪੰਜਾਬ 'ਚ ਅੱਜ ਦੀ ਡੇਟ 'ਚ ਕਿਤੇ ਨਹੀਂ ਆਏ। ਸਰ, ਤੁਸੀਂ ਗੱਲ ਕੀਤੀ ਖਾਸ ਕਰਕੇ ਹਾਊਸ ਸਰਜਨਸ ਦੀ, ਤੁਸੀਂ ਗੱਲ ਕੀਤੀ, ਤੁਸੀਂ ਰੇਜ਼ ਕੀਤੀ 30,000 to 70,000 ਉਹਨਾਂ ਦੀ ਆਨਰੇਰੀਅਮ ਜਿਹੜਾ ਹੈ। ਤੇ ਇਸ ਤਰੀਕੇ ਦੇ ਨਾਲ ਜਿੱਦਾਂ ਤੁਸੀਂ ਸੈਲਫ ਰੈਗੂਲੇਸ਼ਨ ਦੀ ਵੀ ਗੱਲ ਕੀਤੀ ਕਿ ਪ੍ਰਾਈਵੇਟ ਸੈਕਟਰ ਜਿਹੜਾ ਉਹ ਆਪਣੇ ਆਪ ਨੂੰ ਸੈਲਫ ਰੈਗੂਲੇਟ ਕਰੇ, ਤੁਹਾਨੂੰ ਲੱਗਦਾ ਕਿ ਸ਼ਾਇਦ ਤਾਂ ਹੀ ਕਰਕੇ ਜਿਹੜੇ ਨੇ ਗਵਰਨਮੈਂਟ ਜੌਬਸ ਦੇ ਵਿੱਚ ਜ਼ਿਆਦਾ ਡਾਕਟਰਸ ਜਾਂ ਜਿਹੜੇ ਮੈਡੀਕਲ ਪ੍ਰੈਕਟੀਸ਼ਨਰਸ ਨੇ ਉਹ ਨਹੀਂ ਆਉਣਾ ਚਾਹੁੰਦੇ ਤੇ ਉੱਧਰ ਨੂੰ ਭੱਜਦੇ ਨੇ, ਕਿਉਂਕਿ ਦਿਸ ਇਜ਼ ਦ ਕੀ ਨੋਟ। ਡੈਫੀਨੇਟਲੀ ਦੇਖੋ ਜੀ, ਜਿਹੜਾ ਪ੍ਰਾਈਵੇਟ ਸੈਕਟਰ ਹੈ, ਜੇ ਗਵਰਨਮੈਂਟ ਸੈਕਟਰ ਦੇ ਵਿੱਚ ਤੁਹਾਨੂੰ 1 ਲੱਖ ਸੈਲਰੀ ਮਿਲਦੀ ਹੈ, ਪ੍ਰਾਈਵੇਟ ਤੁਹਾਨੂੰ 2.5 ਲੱਖ ਮਿਲਦਾ, ਖਾਸ ਕਰਕੇ ਸਪੈਸ਼ਲਿਸਟ ਵਾਸਤੇ, ਤੇ ਉਹ ਅਗਲਾ ਗਵਰਨਮੈਂਟ ਸੈਕਟਰ ਦੇ ਵਿੱਚ ਕਿਉਂ ਆਏਗਾ? ਦੂਜੀ ਗੱਲ ਹੈ, ਜਿਹੜੀ ਮੈਡੀਕਲ ਐਜੂਕੇਸ਼ਨ ਹੈ ਬਹੁਤ ਕਾਸਟਲੀ ਹੋ ਗਈ ਹੈ, ਉਹਨੂੰ ਅਸੀਂ ਅਫੋਰਡੇਬਲ ਕਰਦੇ ਹਾਂ। ਔਰ ਮੈਂ ਇਹ ਵੀ ਕੋਸ਼ਿਸ਼ ਕਰ ਰਿਹਾ ਕਿ ਨਰਸਿੰਗ ਵਾਸਤੇ ਮੇਰੀ ਨਰਸਿੰਗ ਕਾਲਜ ਦੇ ਨਾਲ ਦੇ ਹੈਵ ਐਗਰੀਡ ਇਨ ਪ੍ਰਿੰਸੀਪਲ ਕਿ 10% ਸੀਟਾਂ ਮੈਨੂੰ ਫ੍ਰੀ ਦੇਣਗੇ, ਜਿਹੜੀਆਂ ਕਿ ਸਾਡੀਆਂ ਆਸ਼ਾ ਵਰਕਰਸ ਆ ਉਹਨਾਂ ਵਾਸਤੇ ਜਾਂ ਉਹਨਾਂ ਦੇ ਬੱਚਿਆਂ ਵਾਸਤੇ, ਜਾਂ ਜਿਹੜੇ ਬੱਚੇ ਪਿੰਡਾਂ 'ਚੋਂ ਪੜ੍ਹੇ ਹੋਏ, ਜਿਹਨਾਂ ਨੇ +2 ਤੱਕ ਆਖਰੀ 4 ਸਾਲ ਦੀ ਸਕੂਲਿੰਗ ਉਹਨਾਂ ਨੇ ਪਿੰਡਾਂ 'ਚੋਂ ਕੀਤੀ ਆ, ਉਹਨਾਂ ਵਾਸਤੇ ਮੈਂ ਉਹ ਰਿਜ਼ਰਵ ਕਰਾਂਗਾ। ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਵਾਂਗੇ, ਲੇਕਿਨ ਉਹ ਬੌਂਡ ਸਾਈਨ ਕਰਨਗੇ। ਉਹ ਜਿਹੜੇ ਅੰਡਰ ਸਰਵਡ ਏਰੀਆਜ਼ ਹੈਗੇ, ਜਿੱਥੇ ਅਸੀਂ ਭੇਜਾਂਗੇ ਉੱਥੇ ਜਾ ਕੇ ਉਹ 4 ਸਾਲ ਲਈ ਆਪਣੀ ਸਰਵਿਸ ਦੇਣਗੇ। ਸੋ ਇਸ ਤਰ੍ਹਾਂ ਦੀਆਂ ਅਸੀਂ ਇਨੋਵੇਟਿਵ ਜਿਹੜੀਆਂ ਸਕੀਮਾਂ ਹੈਗੀਆਂ ਉਹ ਲੈ ਕੇ ਆ ਰਹੇ ਹਾਂ। ਮੈਡੀਕਲ ਐਜੂਕੇਸ਼ਨ ਨੂੰ ਜ਼ਿਆਦਾ ਅਫੋਰਡੇਬਲ ਕਰਾਂਗੇ ਤਾਂ ਕਿ ਜਿਹੜੇ ਬੱਚੇ ਆ, ਜੇ ਕੋਈ ਬੱਚਾ 2.5 ਕਰੋੜ ਖਰਚ ਕੇ ਡਾਕਟਰ ਬਣੇਗਾ, ਨੇਚਰਲੀ ਫਿਰ ਉਹ 2.5 ਕਰੋੜ ਰਿਕਵਰ ਕਰੇਗਾ ਤਾਂ ਉਹ ਕਾਰਪੋਰੇਟ ਹਸਪੀਟਲ ਜਾਂ ਉਹ ਕਾਸਟਲੀ ਇਕੁਇਪਮੈਂਟ ਖਰੀਦੇਗਾ ਔਰ ਜਗ੍ਹਾ ਵੀ ਕਾਸਟਲੀ ਖਰੀਦੇਗਾ, ਤਾਂ ਫਿਰ ਉਹ ਸਾਰਾ ਕੁਝ ਮਹਿੰਗਾ ਹੁੰਦਾ ਜਾਏਗਾ। ਜਿਹੜੇ ਮੇਰੇ ਵਰਗੇ ਡਾਕਟਰ ਜਿਹੜੇ ਪਿੰਡਾਂ ਦੇ ਸਕੂਲਾਂ 'ਚੋਂ ਪੜ੍ਹੇ ਸੀਗੇ, ਸੋ ਮੇਰੀ ਕੋਸ਼ਿਸ਼ ਹੈ ਕਿ ਆਮ ਬੰਦੇ ਬਹੁਤੇ ਜ਼ਿਆਦਾ ਖਰਚੇ ਤੋਂ ਬਗੈਰ ਡਾਕਟਰ ਬਣਨ ਔਰ ਜਾ ਕੇ ਲੋਕਾਂ ਦੀ ਸੇਵਾ ਕਰਨ।